ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਬਿਜਲੀ ਦੇ ਬਿੱਲਾਂ ਦੇ ਐਲਾਨ ਤੋਂ ਬਾਅਦ ਰਾਜਕੁਮਾਰ ਵੇਰਕਾ ਨੇ ਘੇਰਿਆ ਅਰਵਿੰਦ ਕੇਜਰੀਵਾਲ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਪਹੁੰਚੀ ਤੇ ਸੌਂਪਿਆ ਮੈਮੋਰੰਡਮ। ਯੂਥ ਕਾਂਗਰਸ ਨੇ ਚੰਡੀਗੜ੍ਹ ਦੇ ਵਿੱਚ ਕੀਤਾ ਜੰਮ ਕੇ ਪ੍ਰਦਰਸ਼ਨ। ਪੈਟਰੋਲ ਡੀਜ਼ਲ ਭਰਵਾਉਣ ਦੇ ਲਈ ਕੀਤੀ ਲੋਨ ਦੀ ਮੰਗ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨ ਦੀ। ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਜੇਕਰ ਆਪ ਦੀ ਸਰਕਾਰ ਆਉਂਦੀ ਹੈਗੀ ਹੈ ਤਾਂ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਜਾਣਗੇ। ਇਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ। ਵਿਰੋਧੀ ਵੀ ਇਸ ਤੇ ਕਟਾਕਸ਼ ਕਰ ਰਹੇ ਨੇ ਤੇ ਹੁਣ ਰਾਜਕੁਮਾਰ ਵੇਰਕਾ ਨੇ ਅਰਵਿੰਦ ਕੇਜਰੀਵਾਲ ਨੂੰ ਇਸੇ ਮੁੱਦੇ ਤੇ ਘੇਰਿਆ। ਜਿਸ ਵਕਤ ਇਹਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਦਿੱਲੀ ਦਾ ਮਾਡਲ ਲੈ ਕੇ ਆ ਰਿਹਾ, ਮੈਂ ਦਿੱਲੀ ਦੇ ਵਿੱਚ ਦਿੱਲੀ ਦਾ ਮਾਡਲ ਦੇਖਣ ਵਾਸਤੇ ਗਿਆ ਵੀ ਕਿੰਨਾ ਕੁ ਸੁੰਦਰ ਮਾਡਲ ਹੈ। ਮੈਂ ਕਾਰਖਾਨੇਦਾਰਾਂ ਕੋਲ ਗਿਆ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਬਿਜਲੀ ਦਾ ਬਿੱਲਾਂ ਦਾ ਕੀ ਹਾਲ ਆ, ਸੁਣਿਆ ਤੁਹਾਡੇ ਬਿਜਲੀ ਦੇ ਬਿੱਲ ਮਾਫ ਆ ਸਾਰੇ। ਉਹ ਮੈਨੂੰ ਕਹਿੰਦੇ ਕਿ ਤੂੰ ਕਿਤੇ ਕੇਜਰੀਵਾਲ ਦਾ ਝੂਠਾ ਤਾਂ ਨਹੀਂ ਖਾ ਗਿਆ। ਮੈਂ ਕਿਹਾ ਨਹੀਂ। ਕਹਿੰਦੇ ਜੀ ਉਹ ਫਰਾਡ ਬੰਦਾ ਹੀ, ਉਹ 1000 ਰੁਪਏ ਤੋਂ ਸ਼ੁਰੂ ਹੁੰਦਾ ਸਾਡਾ ਇੱਕ ਯੂਨਿਟ। ਇਹ ਕਾਰਖਾਨੇਦਾਰਾਂ ਨੇ ਕਿਹਾ ਆ 1000 ਰੁਪਏ ਯੂਨਿਟ ਤੋਂ ਸ਼ੁਰੂ ਹੁੰਦਾ ਹੈ 10 ਰੁਪਏ ਯੂਨਿਟ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਕਰੀਬ ਜਿਹੜਾ ਹੈ ਇਹ 10 ਰੁਪਏ ਯੂਨਿਟ ਤੋਂ ਹੋ ਕੇ 25 ਰੁਪਏ ਯੂਨਿਟ ਤੱਕ ਜਾਂਦਾ। ਪੰਜਾਬ 'ਚ ਡੋਮੈਸਟਿਕ ਦਾ ਰੇਟ, ਪੰਜਾਬ ਦੇ ਵਿੱਚ ਡੋਮੈਸਟਿਕ ਦਾ ਜਿਹੜਾ ਰੇਟ 6 ਰੁਪਏ 32 ਪੈਸੇ। ਤੁਸੀਂ ਡੋਮੈਸਟਿਕ ਦੇ ਜੇ ਕੰਪੈਰੀਜ਼ਨ ਕਰੀਏ ਤਾਂ ਡੋਮੈਸਟਿਕ ਦਾ ਰੇਟ ਤਾਂ ਜ਼ਿਆਦਾ ਹੀ ਜਾ ਰਿਹਾ। ਨਹੀਂ ਜ਼ਿਆਦਾ ਕਿੱਦਾਂ ਜਾ ਰਿਹਾ ਜੀ। ਮੈਂ ਤੁਹਾਨੂੰ ਕੀ ਕਹਿ ਰਿਹਾ ਬਈ, ਪਹਿਲੀ ਗੱਲ ਇਹ ਆ ਕਿ ਜਿਹੜੇ ਲੋਕਾਂ ਨੂੰ ਅਸੀਂ 40% ਲੋਕਾਂ ਕੋਲ ਤਾਂ ਬਿਜਲੀ ਦੇ ਬਿੱਲ ਲੈਂਦੇ ਹੀ ਨਹੀਂ ਪਏ ਆਪਾਂ, ਤੁਸੀਂ ਉਹਨਾਂ ਨੂੰ ਕੱਢ ਦਿਓ ਵਿੱਚੋਂ। ਪੰਜਾਬ 'ਚ 2 ਮਹੀਨੇ ਦੀ ਸਲੈਬ ਬਣਦੀ ਹੈ, ਸਾਈਕਲ ਜਿਹੜਾ 2 ਮਹੀਨੇ ਬਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕੁਝ ਲੋਕਾਂ ਨੇ ਇਹ ਸੁਜੈਸ਼ਨ ਦਿੱਤੀ ਹੈ ਕਿ ਮਹੀਨੇ ਦਾ ਸਲੈਬ ਕਰ ਲਓ, ਅਸੀਂ ਉੱਥੇ ਵਿਚਾਰ ਕਰ। ਰਾਜਕੁਮਾਰ ਵੇਰਕਾ ਇਸ ਵੇਲੇ ਸਾਡੇ ਨਾਲ ਨੇ, ਕਾਂਗਰਸ ਦੇ ਵਿਧਾਇਕ। ਰਾਜਕੁਮਾਰ ਜੀ, ਦਿੱਲੀ ਵਾਲਿਆਂ ਨੇ ਆ ਕੇ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਬਿੱਲ ਲੈ ਕੇ ਖੜੇ ਹੋ, ਡਿਫਰੈਂਸ਼ੀਏਟ ਕਰ ਰਹੇ ਹੋ ਪੰਜਾਬ ਤੇ ਦਿੱਲੀ ਮਾਡਲ ਨੂੰ। ਉਹ ਕਹਿ ਰਹੇ ਕਿ ਪੰਜਾਬ ਦੀਆਂ तमाम ਸਿਆਸੀ ਧਿਰਾਂ ਵਿੱਚ ਇਹ ਘਬਰਾਹਟ ਹੈ, ਖਲਬਲਾਹਟ। ਬਈ ਗੱਲ ਇਹ ਹੈ ਕਿ ਜਿਹੜਾ ਬੰਦਾ ਖੁਦ ਘਬਰਾਇਆ ਹੋਵੇ ਨਾ, ਉਹ ਉੱਥੋਂ ਭਗੌੜਾ ਹੋ ਗਿਆ ਆ। ਜਿਸ ਵਕਤ ਇਹਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਦਿੱਲੀ ਦਾ ਮਾਡਲ ਲੈ ਕੇ ਆ ਰਿਹਾ, ਮੈਂ ਦਿੱਲੀ ਦੇ ਵਿੱਚ ਦਿੱਲੀ ਦਾ ਮਾਡਲ ਦੇਖਣ ਵਾਸਤੇ ਗਿਆ ਵੀ ਕਿੰਨਾ ਕੁ ਸੁੰਦਰ ਮਾਡਲ ਹੈ। ਮੈਂ ਕਾਰਖਾਨੇਦਾਰਾਂ ਕੋਲ ਗਿਆ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਬਿਜਲੀ ਦਾ ਬਿੱਲਾਂ ਦਾ ਕੀ ਹਾਲ ਆ, ਸੁਣਿਆ ਤੁਹਾਡੇ ਬਿਜਲੀ ਦੇ ਬਿੱਲ ਮਾਫ ਆ ਸਾਰੇ। ਉਹ ਮੈਨੂੰ ਕਹਿੰਦੇ ਕਿ ਤੂੰ ਕਿਤੇ ਕੇਜਰੀਵਾਲ ਦਾ ਝੂਠਾ ਤਾਂ ਨਹੀਂ ਖਾ ਗਿਆ। ਮੈਂ ਕਿਹਾ ਨਹੀਂ। ਕਹਿੰਦੇ ਜੀ ਉਹ ਫਰਾਡ ਬੰਦਾ ਹੀ, ਉਹ 1000 ਰੁਪਏ ਤੋਂ ਸ਼ੁਰੂ ਹੁੰਦਾ ਸਾਡਾ ਇੱਕ ਯੂਨਿਟ। ਇਹ ਕਾਰਖਾਨੇਦਾਰਾਂ ਨੇ ਕਿਹਾ ਆ 1000 ਰੁਪਏ ਯੂਨਿਟ ਤੋਂ ਸ਼ੁਰੂ ਹੁੰਦਾ ਹੈ 10 ਰੁਪਏ ਯੂਨਿਟ ਤੋਂ ਸ਼ੁਰੂ ਹੁੰਦਾ ਤੇ ਇਹ ਕਰੀਬ ਜਿਹੜਾ ਹੈ ਇਹ 10 ਰੁਪਏ ਯੂਨਿਟ ਤੋਂ ਹੋ ਕੇ 25 ਰੁਪਏ ਯੂਨਿਟ ਤੱਕ। ਬਿਲਕੁਲ ਸਹੀ ਦੱਸ ਰਹੇ ਹੋ ਤੁਸੀਂ ਅੰਕੜਾ। ਇਹਦੇ ਵਿੱਚ ਸਾਰੇ ਇਹਨਾਂ ਦੇ ਦੇ ਰਿਹਾ ਮੈਂ। ਆ ਦੇਖੋ, ਅਸੀਂ ਵੀ ਵੈਬਸਾਈਟ ਤੇ ਚੈੱਕ ਕਰਕੇ ਆਏ ਹਾਂ, 10 ਰੁਪਏ ਯੂਨਿਟ ਜਿਹੜਾ ਦਿਖ ਨਹੀਂ ਰਿਹਾ। ਭਾਈ ਮੇਰਿਆ ਆ ਮੇਰੇ ਕੋਲ ਲੱਲਾ ਨਾ, ਤੁਸੀਂ ਕਿੱਥੋਂ ਦੇਖ ਆਏ ਹੋ? ਮੇਰੇ ਕੋਲ ਤੇ ਕਾਗਜ਼ ਉਹਦੇ ਆ, ਇਸੇ ਦੇ ਨੋਟੀਫਿਕੇਸ਼ਨ ਵਾਲਾ ਆ ਨੋਟੀਫਿਕੇਸ਼ਨ ਮੈਂ ਦੇ ਰਿਹਾ, ਤੁਸੀਂ ਪੜ੍ਹ ਲੈਣਾ ਨਾ ਖੜ ਜਾ ਕੇ। ਉੱਥੇ ਜਿਹੜਾ ਮੈਕਸੀਮਮ 25 ਰੁਪਏ ਯੂਨਿਟ ਵੀ ਉੱਥੇ ਆਇਆ, ਤੁਹਾਨੂੰ ਪਤਾ 25 ਰੁਪਏ ਯੂਨਿਟ ਤੱਕ ਲੋਕਾਂ ਦੇ ਆਇਆ, ਹੋਟਲਾਂ ਦੇ, ਕਾਰਖਾਨੇਦਾਰਾਂ ਦੇ 25 ਰੁਪਏ ਯੂਨਿਟ ਤੱਕ। ਆਹ ਪਿਛਲੇ ਸਲੈਬ ਲਿਖਿਆ ਨਾ, ਮੈਂ ਕਹਿਣ ਕੀ ਰਿਹਾ, ਆਹ ਸਲੈਬ ਪੜ੍ਹ ਲਓ, ਆਹ ਸਲੈਬ ਲਿਖਿਆ ਇੱਥੇ। ਇਹ ਸਲੈਬ ਦੇ ਵਿੱਚ ਕੀ ਆ ਕਿ ਜੇ 200 ਯੂਨਿਟ ਗਰੀਬ ਆਦਮੀ ਵਰਤੇਗਾ ਤੇ ਉਹਨੂੰ ਫਿਰ ਜਿਹੜਾ ਆ 3 ਰੁਪਏ ਯੂਨਿਟ। ਅਗਰ ਉਸ ਬੰਦੇ ਨੇ ਇਹ 201 ਯੂਨਿਟ ਵਰਤ ਲਿਆ ਤੇ ਫਿਰ 4.5 ਰੁਪਏ ਯੂਨਿਟ। ਜੇ 400 ਯੂਨਿਟ ਤੋਂ ਉੱਪਰ ਗਰੀਬ ਬੰਦੇ ਨੇ ਵਰਤ ਲਿਆ ਤੇ 8 ਰੁਪਏ ਯੂਨਿਟ। ਤੇ ਇਹ ਫਰਾਡ ਆਦਮੀ ਨੂੰ ਪੁੱਛੋ ਬਈ ਕਿਹੜਾ ਬਿਜਲੀ ਦਾ ਮਾਡਲ ਹੈ। ਪੰਜਾਬ ਦੇ ਵਿੱਚ 5 ਰੁਪਏ ਤੋਂ ਕਮਰਸ਼ੀਅਲ ਸ਼ੁਰੂ ਹੁੰਦਾ ਤੇ ਇਹ 7 ਰੁਪਏ 19 ਪੈਸੇ ਤੇ ਖਤਮ ਹੋ ਜਾਂਦਾ ਤੇ ਦਿੱਲੀ ਦੇ ਵਿੱਚ 1000 ਰੁਪਏ ਤੋਂ ਸ਼ੁਰੂ ਹੁੰਦਾ ਤੇ ਜਾ ਕੇ 10 ਰੁਪਏ ਤੋਂ ਸ਼ੁਰੂ ਹੁੰਦਾ ਤੇ 25 ਰੁਪਏ ਯੂਨਿਟ ਤੱਕ ਚਲੇ ਜਾਂਦਾ। ਪੰਜਾਬ 'ਚ ਡੋਮੈਸਟਿਕ ਦਾ ਰੇਟ ਕੀ ਹੈ? ਪੰਜਾਬ ਦੇ ਵਿੱਚ ਡੋਮੈਸਟਿਕ ਦਾ ਜਿਹੜਾ ਰੇਟ 6 ਰੁਪਏ 32 ਪੈਸੇ।
ਤੇ ਤੁਸੀਂ ਡੋਮੈਸਟਿਕ ਦੇ ਜਾਂ ਕੰਪੈਰੀਜ਼ਨ ਕਰੀਏ ਤਾਂ ਡੋਮੈਸਟਿਕ ਦਾ ਰੇਟ ਤਾਂ ਜ਼ਿਆਦਾ ਹੀ ਜਾ ਰਿਹਾ। ਨਹੀਂ ਜ਼ਿਆਦਾ ਕਿੱਦਾਂ ਜਾ ਰਿਹਾ ਜੀ। ਮੈਂ ਤੁਹਾਨੂੰ ਕੀ ਕਹਿ ਰਿਹਾ ਬਈ, ਪਹਿਲੀ ਗੱਲ ਇਹ ਆ ਕਿ ਜਿਹੜੇ ਲੋਕਾਂ ਨੂੰ ਅਸੀਂ 40% ਲੋਕਾਂ ਕੋਲ ਤਾਂ ਬਿਜਲੀ ਦੇ ਬਿੱਲ ਲੈਂਦੇ ਹੀ ਨਹੀਂ ਪਏ ਆਪਾਂ। ਤੁਸੀਂ ਉਹਨਾਂ ਨੂੰ ਕੱਢ ਦਿਓ ਵਿੱਚੋਂ, ਫਿਰ ਰੇਟ ਕੱਢ ਲਓ ਮੇਰੇ ਨਾਲ। 40% ਲੋਕਾਂ ਕੋਲ ਜਦੋਂ ਬਿਜਲੀ ਦੇ ਬਿੱਲ ਹੀ ਨਹੀਂ, ਸਾਡੇ ਦੇ ਵਿੱਚ 40% ਲੋਕਾਂ ਦੇ ਬਿਜਲੀ ਬਿੱਲ ਰਹਿ ਗਏ ਨਾ, ਸਮਝ ਗਏ ਨਾ। 60% ਲੋਕਾਂ ਕੋਲੋਂ ਹੁਣ ਅਸੀਂ 200 ਯੂਨਿਟ ਸਾਰਿਆਂ ਨੂੰ ਮਾਫ ਕਰਨ ਜਾ ਰਹੇ ਹਾਂ, ਸਾਰਿਆਂ ਨੂੰ ਮਾਫ ਕਰਨ ਜਾ ਰਹੇ। ਔਰ ਜਿਹੜੇ ਸਾਡੇ ਰੇਟ ਆ, ਮੈਂ ਤੁਹਾਨੂੰ ਕਿਹਾ ਕਿ ਤੁਸੀਂ ਕੇਜਰੀਵਾਲ ਦਾ ਮੈਂ ਜਵਾਬ ਦੇਣਾ ਹੈ ਕਿ ਜਿਹੜਾ ਕਹਿੰਦਾ ਕਿ ਦਿੱਲੀ 'ਚ ਬਿਜਲੀ ਫ੍ਰੀ ਹੈ, ਮੈਂ ਤਾਂ ਉਹਦੀ ਗੱਲ ਕਰ ਰਿਹਾ। ਪਰ ਪੰਜਾਬ 'ਚ 2 ਮਹੀਨੇ ਦੀ ਸਲੈਬ ਬਣਦੀ ਹੈ, ਸਾਈਕਲ ਜਿਹੜਾ 2 ਮਹੀਨੇ ਵਾਲਾ। ਬਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕੁਝ ਲੋਕਾਂ ਨੇ ਇਹ ਸੁਜੈਸ਼ਨ ਦਿੱਤੀ ਹੈ ਕਿ ਮਹੀਨੇ ਦਾ ਸਲੈਬ ਕਰ ਲਓ, ਅਸੀਂ ਉੱਤੇ ਵਿਚਾਰ ਕਰ ਰਹੇ ਹਾਂ। ਠੀਕ ਹੈ। ਸੋ ਰਾਜਕੁਮਾਰ ਵੇਰਕਾ ਕੇਜਰੀਵਾਲ ਮਾਡਲ ਤੇ ਤਾਂ ਤੰਜ ਕੱਸ ਰਹੇ ਸੀ, ਪਰ ਜਦੋਂ ਪੰਜਾਬ ਵਾਲੇ ਸਵਾਲ ਪੁੱਛੇ ਗਏ, ਬਿਲਕੁਲ ਕੰਪੈਰੀਜ਼ਨ ਕੀਤਾ ਗਿਆ, ਤਾਂ ਥੋੜਾ ਜਵਾਬ ਦੇਣ ਵਿੱਚ ਥੋੜੀ ਜਿਹੀ ਦਿੱਕਤ ਜ਼ਰੂਰ ਪੇਸ਼ ਆਈ ਹੈ। ਕੈਮਰਾਮੈਨ ਅਮਨਦੀਪ ਦੇ ਨਾਲ ਸ਼ਾਮਿਤ, ਜਗਬਾਣੀ ਟੀਵੀ, ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਅਦਾਕਾਰਾਂ ਤੇ ਕਈ FIRs ਦਰਜ ਹੋਈਆਂ ਤੇ ਇਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਪਹੁੰਚੀਆਂ। ਉੱਥੇ ਜਾ ਕੇ ਉਹਨਾਂ ਨੇ ਮੰਗ ਕੀਤੀ ਕਿ ਇਹ FIRs ਵਾਪਸ ਲਈਆਂ ਜਾਣ। 26 ਜੂਨ ਨੂੰ ਕਿਸਾਨ ਅੰਦੋਲਨ ਨੂੰ 7 ਮਹੀਨੇ ਪੂਰੇ ਹੋ ਗਏ ਸੀ, ਜਿਸ ਦੇ ਵਿਰੋਧ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਸੀ। ਗਵਰਨਰ ਦੇ ਜ਼ਰੀਏ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਸੌਂਪਿਆ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਈ ਕਿਸਾਨਾਂ ਤੇ ਅਦਾਕਾਰਾਂ ਤੇ ਮਾਮਲੇ ਦਰਜ ਕੀਤੇ ਗਏ ਹਨ, ਜਿਸ ਦਾ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਬੁੱਧਵਾਰ ਤੋਂ ਸਾਦੀਪੁਰ ਤੋਂ ਇੱਕ ਕਿਸਾਨ ਜਥੇਬੰਦੀ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਪਹੁੰਚੀ ਅਤੇ SSP ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ 'ਚ ਉਹਨਾਂ ਨੇ ਸਾਰੇ ਕਿਸਾਨਾਂ ਤੇ ਅਦਾਕਾਰਾਂ ਤੇ ਦਰਜ ਕੀਤੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਉਹਨਾਂ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਇਹ ਮਾਮਲੇ ਰੱਦ ਨਹੀਂ ਕੀਤੇ ਗਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾਏਗਾ। ਕਿਸਾਨਾਂ ਦਾ ਕਹਿਣਾ ਸੀ ਕਿ 26 ਜੂਨ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਂਤੀਪੂਰਨ ਰਿਹਾ ਸੀ, ਜਿਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਤੋੜ ਭੰਨ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ। ਦੇਖੋ, ਅਸੀਂ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਵੱਲੋਂ ਲੀਗਲ ਟੀਮ ਅਸੀਂ ਪਹੁੰਚੇ ਹਾਂ ਇੱਥੇ, ਕਿਉਂਕਿ 1 ਸਾਲ ਹੋ ਗਿਆ ਕਿਸਾਨੀ ਸੰਘਰਸ਼ ਨੂੰ ਚੱਲਦਿਆਂ ਭਾਰਤ ਸਰਕਾਰ ਦੇ ਖਿਲਾਫ। ਦਿੱਲੀ ਦੀਆਂ ਬਰੂਹਾਂ ਤੇ ਅਸੀਂ ਬੈਠੇ ਹਾਂ 7 ਮਹੀਨੇ ਤੋਂ, ਆਪਣੇ ਘਰ-ਬਾਰ ਛੱਡ ਕੇ, ਸਾਰੇ ਉੱਥੇ ਬੱਚਿਆਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਮਾਵਾਂ ਭੈਣਾਂ ਸਾਡੀਆਂ ਬਜ਼ੁਰਗ, ਅਸੀਂ ਰੁਲ ਰਹੇ ਹਾਂ ਸੜਕਾਂ ਉੱਤੇ, ਪਰ ਭਾਰਤ ਦੀ ਸਰਕਾਰ ਦੇ ਉੱਤੇ ਕੋਈ ਰੱਤਾ ਪਰ ਵੀ ਅਸਰ ਨਹੀਂ ਹੋ ਰਿਹਾ। ਦੇਸ਼ ਦੀ ਹੋਂਦ ਅੱਜ ਖਤਰੇ ਦੇ ਵਿੱਚ ਹੈ। ਪੂਰਾ ਆਮ ਆਵਾਮ ਵੀ ਅੱਜ ਸੰਯੁਕਤ ਮੋਰਚੇ ਨਾਲ ਖੜਾ ਹੋ ਚੁੱਕਾ ਹੈ, ਪਰ ਫਿਰ ਵੀ ਭਾਰਤ ਸਰਕਾਰ ਦੇ ਸਿਰ ਤੇ ਜਿਉਂ ਨਹੀਂ ਸਿਰਕਰੀ। ਉਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ 26/6/2021 ਨੂੰ ਪੂਰੇ ਭਾਰਤ ਦੇ ਰਾਜਾਂ ਦੇ ਵਿੱਚ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ ਵੀ ਇਹ 3 ਕਾਲੇ ਕਾਨੂੰਨ ਖਾਰਜ ਕੀਤੇ ਜਾਣ। ਸੋ ਉਸੇ ਤਹਿਤ ਪੰਜਾਬ ਭਰ ਤੋਂ ਵੱਡਾ ਕਾਫਲਾ ਚੰਡੀਗੜ੍ਹ ਦੇ ਰਾਜ ਭਵਨ ਵਿੱਚ ਰਾਜਪਾਲ ਨੂੰ ਮੈਮੋਰੈਂਡਮ ਦੇਣ ਆਇਆ ਸੀ, ਔਰ ਬਿਲਕੁਲ ਅਸੀਂ ਪੀਸਫੁਲੀ ਸਾਰੀਆਂ ਜਥੇਬੰਦੀਆਂ ਇੱਥੇ ਸਾਡੇ ਕਿਸਾਨ ਆਗੂ ਪਹੁੰਚੇ ਨੇ, ਔਰ ਪੀਸਫੁਲੀ ਅਸੀਂ ਵਾਪਸ ਗਏ ਹਾਂ। ਜਦ ਕਿ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਵੀ ਕਿਸਾਨ ਆਗੂ, ਕਿਸਾਨ ਬਿਲਕੁਲ ਸਹੀ ਆਪਣਾ ਮੈਮੋਰੈਂਡਮ ਦੇ ਕੇ ਵਾਪਸ ਗਏ ਨੇ। ਕੋਈ ਇੱਥੇ ਲਾਠੀਚਾਰਜ ਨਹੀਂ ਹੋਇਆ, ਕਿਸੇ ਦੀ ਅਰੈਸਟ ਨਹੀਂ ਹੋਈ, ਪਰ ਬਾਅਦ ਦੇ ਵਿੱਚ ਦਬਾਅ ਦੇ ਹੇਠ ਸਾਡੇ ਕਿਸਾਨਾਂ ਤੇ, ਕਿਸਾਨ ਆਗੂਆਂ ਤੇ, ਫਿਲਮ ਅਦਾਕਾਰਾਂ ਤੇ, ਜੋ ਸਾਡੇ ਕਲਾਕਾਰ ਸਿੰਗਰ ਭਾਈਚਾਰਾ ਜੋ ਸਾਡੇ ਨਾਲ ਖੜਾ ਸੀ, ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ। ਸੋ ਅਸੀਂ ਇਹਨਾਂ ਨੂੰ ਅੱਜ SSP ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਬਈ ਇਹ ਜੋ ਪਰਚੇ ਖਾਰਜ ਕੀਤੇ ਜਾਣ, ਕਿਉਂਕਿ ਇਹ ਸੰਵਿਧਾਨ ਨੂੰ ਛਿੱਕੇ ਟੰਗ ਕੇ ਲੋਕਤੰਤਰ ਦਾ ਘਾਣ ਕਰਕੇ ਇਹ ਪਰਚੇ ਕੀਤੇ ਗਏ ਨੇ। ਸੋ ਇਹ ਪਰਚੇ ਬਿਲਕੁਲ ਗਲਤ ਨੇ। ਸੋ ਅਗਰ ਇਹ ਪਰਚੇ 5 ਦਿਨ ਦੇ ਅੰਦਰ ਅੰਦਰ ਇਹਨਾਂ ਤੇ ਐਕਸ਼ਨ ਲੈ ਕੇ ਸਟੇ ਕਰਕੇ ਇਹਨਾਂ ਨੂੰ ਖਾਰਜ ਨਾ ਕੀਤਾ ਗਿਆ ਤਾਂ ਅਸੀਂ ਰੋਸ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਵਧਾ ਦਾਂਗੇ, ਰੋਸ ਮੁਜ਼ਾਹਰੇ ਵਧਾ ਦਾਂਗੇ ਚੰਡੀਗੜ੍ਹ ਦੇ ਵਿੱਚ। ਦੇਖੋ, ਭਾਰਤ ਸਰਕਾਰ ਜੋ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ, ਉਹ ਚਾਹੁੰਦੇ ਨੇ ਦੇਸ਼ ਦੀ ਹੋਂਦ ਨੂੰ ਖਤਮ ਕਰਨਾ, ਦੇਸ਼ ਦੇ ਵਜੂਦ ਨੂੰ ਖਤਮ ਕਰਨਾ, ਔਰ 3 ਕਾਲੇ ਕਾਨੂੰਨ ਐਸੇ ਦੇਸ਼ ਦੀ ਹੱਡਾਂ ਵਿੱਚ ਬਹਿ ਜਾਣਗੇ। ਤੇ ਅਸੀਂ ਵੀ ਕੋਈ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਬੈਠੇ, ਅਸੀਂ ਵੀ BJP ਦੀਆਂ ਹੱਡਾਂ ਦੇ ਵਿੱਚ ਬੈਠੇ ਹੋਏ ਹਾਂ। ਇਸੇ ਕਰਕੇ BJP ਇੰਨਾ ਧੱਕਾ ਕਰ ਰਹੀ ਹੈ। ਅਸੀਂ ਕਿਤੇ ਵੀ ਕੋਈ ਮੁਜ਼ਾਹਰਾ ਕਰਦੇ ਹਾਂ ਉੱਥੇ ਝੂਠੇ ਪਰਚੇ ਕੀਤੇ ਜਾਂਦੇ ਨੇ। ਸੋ ਅਸੀਂ ਬਿਲਕੁਲ ਇਹ ਗੱਲ ਦੀ ਨਿਖੇਧੀ ਕਰਦੇ ਹਾਂ ਔਰ ਸਰਕਾਰ ਨੂੰ ਵਾਰਨ ਕਰਨ ਆਇਆ ਵੀ ਪਰਚੇ ਖਾਰਜ ਕੀਤੇ ਜਾਣ। ਕਿਸਾਨਾਂ ਮੁਤਾਬਕ ਹਾਲਾਂਕਿ ਇਸ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਲਾਘਾ ਵੀ ਕੀਤੀ ਗਈ ਸੀ, ਪਰ ਬਾਅਦ 'ਚ ਕੇਂਦਰ ਸਰਕਾਰ ਦੇ ਦਬਾਅ ਹੇਠ ਇਹ ਮਾਮਲੇ ਦਰਜ ਕੀਤੇ ਗਏ ਸੀ, ਜਿਸ ਦਾ ਉਹ ਵਿਰੋਧ ਕਰਦੇ ਹਨ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ।
ਉਧਰ ਪੈਟਰੋਲ ਡੀਜ਼ਲ ਦੇ ਰੇਟ ਆਸਮਾਨ ਛੂ ਰਹੇ ਨੇ ਤੇ ਇਸੇ ਰੇਟ ਦੇ ਵਿਰੋਧ ਦੇ ਵਿੱਚ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਆਰਬੀਆਈ ਦੇ ਦਫ਼ਤਰ ਪਹੁੰਚੇ ਜਿੱਥੇ ਜਾ ਕੇ ਉਹਨਾਂ ਨੇ ਪੈਟਰੋਲ ਡੀਜ਼ਲ ਭਰਵਾਉਣ ਦੇ ਲਈ ਲੋਨ ਦੀ ਮੰਗ ਕੀਤੀ। ਪੈਟਰੋਲ ਡੀਜ਼ਲ ਦੀਆਂ ਨਿਤ ਦਿਨ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਪਰੇਸ਼ਾਨ ਹੈ। ਉੱਥੇ ਹੀ ਅੱਜ ਚੰਡੀਗੜ੍ਹ ਵਿੱਚ ਯੂਥ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਯੂਥ ਕਾਂਗਰਸ ਦੇ ਇਹ ਵਰਕਰ ਆਰਬੀਆਈ ਦੇ ਦਫ਼ਤਰ ਲੋਨ ਲੈਣ ਦੇ ਲਈ ਪਹੁੰਚੇ। ਆਪਣੇ ਪ੍ਰਦਰਸ਼ਨ ਦੇ ਦੌਰਾਨ ਯੂਥ ਕਾਂਗਰਸ ਦੇ ਵਰਕਰ ਹੱਥਾਂ ਵਿੱਚ ਹੋਰਡਿੰਗਸ ਲੈ ਕੇ ਖੜੇ ਹੋਏ ਸਨ ਜਿਨ੍ਹਾਂ ਆਰਬੀਆਈ ਦਫ਼ਤਰ ਦੇ ਬਾਹਰ ਲੋਨ ਲੈਣ ਦੇ ਲਈ ਪਹੁੰਚੇ ਸਨ ਤੇ ਇਹ ਲੋਨ ਉਹ ਪੈਟਰੋਲ ਡੀਜ਼ਲ ਭਰਵਾਉਣ ਦੇ ਲਈ ਮੰਗ ਰਹੇ ਸਨ। ਇਸ ਦੌਰਾਨ ਯੂਥ ਕਾਂਗਰਸ ਦੇ ਇਸ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਕਾਂਗਰਸ ਦੇ ਅਧਿਕਸ਼ ਸੁਭਾਸ਼ ਚਾਵਲਾ ਵੀ ਮੌਜੂਦ ਸਨ। ਯੂਥ ਕਾਂਗਰਸ ਦੇ ਵਰਕਰਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਇਸ ਤਰ੍ਹਾਂ ਦੇ ਨਾਲ ਆਮ ਜਨਤਾ ਮਹਿੰਗਾਈ ਦੀ ਮਾਰ कर रही है। ये प्रोटेस्ट आरबीआई के बारे में इसके लिए कर रहे हैं क्योंकि हम पेट्रोल के लिए लोन मांग रहे हैं सरकार से। आरबीआई के बाहर करने का इसलिए आरबीआई सब जो बैंक है वो उनका हेड है आरबीआई। तो हम इनसे मांग रहे हैं कि हमें युवाओं को लोन दिया जाए पेट्रोल के ऊपर, जैसे हाउस लोन है, अपना कार लोन है, स्टडी लोन है। उसी के चक्कर में हम इनसे पेट्रोल का लोन मांग रहे हैं इनसे आरबीआई से। सरकार में मैं यही कहना चाहूँगा कि हम मेहुल चौकसी, नीरव मोदी और माल्या की तरह भागेंगे नहीं। आप हमें लोन दीजिए और उसके बाद हमें रोजगार दीजिए, रोजगार हमें मिलेगा, हम आपके लोन के पैसे उसी टाइम वापस कर देंगे। हम भागेंगे नहीं। हम सरकार को ये वादा कर रहे हैं, हमें आप लोन दीजिए, हम भागेंगे नहीं। ਉੱਥੇ ਹੀ ਇਸ ਪ੍ਰਦਰਸ਼ਨ ਦੇ ਵਿੱਚ ਚੰਡੀਗੜ੍ਹ ਕਾਂਗਰਸ ਦੇ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਸੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਸ ਤਰ੍ਹਾਂ ਦੇ ਨਾਲ ਰੋਜ਼ਾਨਾ ਵਧਦੀਆਂ ਜਾ ਰਹੀਆਂ ਨੇ ਉਸ ਦੇ ਨਾਲ ਹੁਣ ਆਮ ਆਦਮੀ ਨੂੰ ਲੋਨ ਹੀ ਲੈਣਾ ਪਵੇਗਾ। ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੱਕ ਤੇ ਕਈ ਸੂਬਿਆਂ ਦੇ ਵਿੱਚ ਇਹ 100 ਤੋਂ ਵੀ ਪਾਰ 100 ਦਾ ਆંકੜਾ ਵੀ ਪਾਰ ਕਰ ਚੁੱਕੀਆਂ ਨੇ। ਨਾਲ ਹੀ ਉਹਨਾਂ ਇਸ ਮੌਕੇ ਮੋਦੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਸਰਕਾਰ ਇਸ ਤਰ੍ਹਾਂ ਦੇ ਨਾਲ ਆਮ ਜਨਤਾ ਤੇ ਮਹਿੰਗਾਈ ਦੀ ਮਾਰ ਕਰ ਰਹੀ ਹੈ। आरबीआई से मांग कर रहे हैं हम कि अब नौजवान की हिम्मत जो है वो जवाब दे चुकी है। अब उसके पास पेट्रोल डलवाने के लिए, डीजल डलवाने के लिए पैसे नहीं बचे। तो जहां आप इतने और झूठे पैकेजेस अनाउंस कर रहे हैं, एक सच्चा पैकेज भी अनाउंस कर दीजिए कि नौजवानों को पेट्रोल डीजल के लिए लोन दे दीजिए। ये हमारी आज देश के फाइनेंस मिनिस्टर से हमारी मांग है। लेकिन ये सरकार क्या सोच रही है, क्या कर रही है, आप जनता को पता ही नहीं चल रहा। रेट इतने क्यों बढ़ रहे हैं ये जनता को सरकार नहीं बता रही। इंटरनेशनल मार्केट में उतने रेट तो नहीं बढ़े। मनमोहन सिंह जी की सरकार के टाइम में भी आज वही रेट जो इंटरनेशनल मार्केट में आज हैं, उस वक्त भी ये कम करीब यही रेट थे। तो उस वक्त तेल 60 से 70 रुपये क्यों बिक रहा था, आज 100 रुपये क्यों पार हो रहा है? ये हमें भी समझ नहीं आ रहा कि इतनी बड़ी लूट अब जनता की कमर तोड़ने पे लगे हुए हैं, जनता को मारने पे लगे हुए हैं। और उसी को सोचते हुए आज युवा कांग्रेस ने जो कदम उठाया है तो बड़ा सराहनीय कदम है कि एक नौजवान की आवाज़ को लेके वो आरबीआई के सामने खड़े हुए हैं, क्योंकि आरबीआई ही एक वो संस्था है जो भारत सरकार को ऐसे कामों के लिए पैसे जारी करती है। ਜਾਣਕਾਰੀ ਦੱਸਦੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਜਿਸ ਦੇ ਚੱਲਦੇ ਹਰ ਵਰਗ ਪਰੇਸ਼ਾਨ ਹੈ ਤੇ ਇਸੇ ਦੇ ਚੱਲਦੇ ਹੀ ਅੱਜ ਯੂਥ ਕਾਂਗਰਸ ਦੇ ਵੱਲੋਂ ਆਰਬੀਆਈ ਦਫ਼ਤਰ ਦੇ ਬਾਹਰ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਪੰਜਾਬ ਭਰ ਦੇ ਵਿੱਚ ਰਿਲਾਇੰਸ ਸਟੋਰਸ ਦੇ ਬਿਲਡਿੰਗ ਓਨਰਸ ਪੰਜਾਬ ਭਵਨ ਪਹੁੰਚੇ। ਇਸ ਮੌਕੇ ਉਹਨਾਂ ਨੇ ਆਪਣਾ ਮੰਗ ਪੱਤਰ ਵੀ ਸੌਂਪਿਆ। ਆਪਣੀਆਂ ਮੰਗਾਂ ਦਾ ਵੇਰਵਾ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਉਦੋਂ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਕੀ ਹੈ ਪੂਰਾ ਮਾਮਲਾ, ਦੇਖਦੇ ਹਾਂ ਰਿਪੋਰਟ ਵਿੱਚ। ਪੰਜਾਬ ਭਰ ਵਿੱਚ ਰਿਲਾਇੰਸ ਸਟੋਰਾਂ ਦੇ ਬਿਲਡਿੰਗ ਓਨਰਸ ਅੱਜ ਚੰਡੀਗੜ੍ਹ ਵਿੱਚ ਪੰਜਾਬ ਭਵਨ 'ਚ ਇਕੱਠਾ ਹੋਏ। ਇਹ ਲੋਕ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਦੇ ਲਈ
ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਇਕੱਠਾ ਹੋਏ ਸਨ। ਇਨ੍ਹਾਂ ਬਿਲਡਿੰਗ ਓਨਰਸ ਦਾ ਕਹਿਣਾ ਸੀ ਕਿ ਪਿਛਲੇ ਸਾਲ ਅਕਤੂਬਰ ਤੋਂ ਜਦ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਦ ਤੋਂ ਹੀ ਉਹਨਾਂ ਦੇ ਰਿਲਾਇੰਸ ਸਟੋਰਾਂ ਦਾ ਕਿਰਾਇਆ ਨਹੀਂ ਮਿਲ ਪਾ ਰਿਹਾ। ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਆਪਣੀ ਬਿਲਡਿੰਗ ਰਿਲਾਇੰਸ ਨੂੰ ਕਿਰਾਏ ਤੇ ਦਿੱਤੀ ਹੋਈ ਸੀ, ਪਰ ਕਿਸਾਨ ਅੰਦੋਲਨ ਨੂੰ ਹੁਣ 7 ਮਹੀਨੇ ਬੀਤ ਚੁੱਕੇ ਨੇ ਤੇ ਤਦ ਤੋਂ ਪੰਜਾਬ ਭਰ ਦੇ ਵਿੱਚ ਰਿਲਾਇੰਸ ਸਟੋਰ ਬੰਦ ਪਏ ਨੇ ਤੇ ਉਹ ਇਸ ਮਾਮਲੇ ਵਿੱਚ ਕਈ ਵਾਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਵੀ ਕਰ ਚੁੱਕੇ ਨੇ, ਪਰ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਹੁਣ ਨੌਬਤ ਇੱਥੇ ਤੱਕ ਪਹੁੰਚ ਗਈ ਹੈ ਕਿ ਉਹਨਾਂ ਨੂੰ ਆਪਣਾ ਲੋਨ ਅਤੇ ਕਿਸ਼ਤਾਂ ਆਪਣੀ ਜੇਬ ਤੋਂ ਹੀ ਦੇਣੀਆਂ ਪੈ ਰਹੀਆਂ ਨੇ। ਅਜਿਹੇ ਵਿੱਚ ਉਹ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਪਟੜੀ ਤੇ ਵਾਪਸ ਆ ਸਕੇ। ਸਰ ਅਸੀਂ ਸਾਰੇ ਬਿਲਡਿੰਗ ਓਨਰ ਸਮੁੱਚੇ ਪੰਜਾਬ ਤੋਂ ਆਏ ਹਾਂ। ਸਾਡਾ ਇਕੱਠ ਬਹੁਤ ਥੋੜਾ ਲੱਗ ਰਿਹਾ ਸੀ। ਸਾਡੇ ਪਿੱਛੇ ਕਾਫੀ ਜਾਣੇ 250 ਤੋਂ ਉੱਤੇ ਬਿਲਡਿੰਗ ਓਨਰ ਅਸੀਂ ਤੇ ਸਾਡੀ ਮੰਗ ਇਹ ਜਦੋਂ ਦੇ ਅਕਤੂਬਰ ਤੋਂ ਕਿਸਾਨੀ ਸੰਘਰਸ਼ ਤੋਂ ਜਿਹੜੇ ਧਰਨੇ ਲੱਗੇ ਹੋਏ ਨੇ ਉਦੋਂ ਤੋਂ ਸਾਡੇ ਸਾਰੇ ਸਟੋਰ ਬੰਦ ਹੈ, ਕਿਉਂਕਿ ਅਸੀਂ ਕਾਰਪੋਰੇਟਸ ਨੂੰ ਦਿੱਤੇ ਆਪਣੇ ਜਿਹੜੇ ਬਿਲਡਿੰਗਸ ਨੇ, ਅਸੀਂ ਕਾਰਪੋਰੇਟਸ ਨੂੰ ਲੀਜ਼ ਦਿੱਤੀ ਹੈ ਆਪਣੇ, ਤੇ ਕਿਸਾਨਾਂ ਨੇ ਧਰਨੇ ਕਰਕੇ ਉਦੋਂ ਤੇ ਕੰਮ ਠੱਪ ਪਏ ਨੇ ਤੇ ਸਾਡੇ ਕੰਟਰੈਕਟ ਇਦਾਂ ਦੇ ਜਿਨ੍ਹਾਂ ਦੇ ਅਸੀਂ ਬਿੱਲ ਨਹੀਂ GST ਸਮੇਤ ਉਹਨਾਂ ਨੂੰ ਬਿੱਲ ਨਹੀਂ ਦਿੰਦੇ ਤੇ ਉਹਨੇ ਤੇ ਸਾਡੇ ਕਿਰਾਇਆ ਨਹੀਂ ਆਉਂਦੇ। ਸਟੋਰ ਬੰਦ ਹੋਣ ਕਰਕੇ ਨਾ ਅਸੀਂ ਬਿੱਲ ਦੇ ਪਾ ਰਹੇ ਹਾਂ ਤੇ ਨਾ ਉਹ ਸਾਨੂੰ ਕਿਰਾਇਆ ਦੇ ਪਾ ਰਹੇ ਆ ਤੇ ਸਾਡੇ ਜਿਹੜੇ ਕੰਟਰੈਕਟ ਨੇ ਉਹ ਹੈ ਵੀ ਇਦਾਂ ਦੇ ਕਿ ਜਿੰਨੀ ਦੇਰ ਸਟੋਰ ਖੁੱਲ੍ਹਦਾ ਨਹੀਂ ਸਾਨੂੰ ਕਿਰਾਇਆ ਨਹੀਂ ਆਉਂਦਾ। ਸਾਨੂੰ ਦੋਵਾਂ ਪਾਸੋਂ ਮਾਰ ਝੱਲਣੀ ਪੈ ਰਹੀ ਹੈ। ਅਸੀਂ ਇਹ ਜਿਹੜੀ ਬੇਨਤੀ ਕਿਸਾਨ ਜਥੇਬੰਦੀਆਂ ਨੂੰ 3 ਅਪ੍ਰੈਲ ਨੂੰ ਵੀ ਕਰ ਚੁੱਕੇ ਸਨ ਪ੍ਰੈਸ ਕਾਨਫਰੰਸ ਸੀ ਕਿ ਲੁਧਿਆਣੇ ਸੇ ਉੱਥੇ ਵੀ ਉਹਨਾਂ ਨੇ ਬੰਦ ਕਮਰੇ ਦੇ ਵਿੱਚ ਸਾਡੇ ਨਾਲ ਮੀਟਿੰਗ ਕੀਤੀ ਸੀ ਤੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਸਾਡਾ ਕੋਈ ਹੱਲ ਕੀਤਾ ਜਾਵੇਗਾ, ਪਰ ਹਜੇ ਤੱਕ ਇੰਨੇ ਮਹੀਨੇ ਹੋ ਗਏ ਕੋਈ ਸਾਡਾ ਹੱਲ ਨਹੀਂ ਕੀਤਾ, ਕੋਈ ਸੁਣਵਾਈ ਨਹੀਂ ਹੋਈ। ਅਸੀਂ ਇਹਨਾਂ ਇੰਡੀਵਿਜੂਅਲ ਨੂੰ ਜਿਹੜੇ ਕਿਸਾਨ ਜਥੇਬੰਦੀ ਜਿਹੜੇ ਲੀਡਰ ਨੇ ਜੇ ਕਿ ਬੂਟਾ ਸਿੰਘ ਬੁਰਜਗਿੱਲ ਜੀ ਹੋ ਗਏ ਹੋਰ ਹੋ ਗਏ ਸਾਰਿਆਂ ਨੂੰ ਅਸੀਂ ਮੁਲਾਕਾਤਾਂ ਕਰ ਚੁੱਕੇ ਹਾਂ, ਪਰ ਕਿਸੇ ਨੇ ਸਾਡੀ ਹਜੇ ਤੱਕ ਬਾਂਹ ਨਹੀਂ ਫੜੀ ਹੈਗੀ। ਤੇ ਹੁਣ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਤੁਹਾਡੇ ਜ਼ਰੀਏ ਕਿਸਾਨ ਜਥੇਬੰਦੀ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਕੋਈ ਕਸੂਰ ਨਹੀਂ ਗਾ, ਸਾਡਾ ਰਿਲਾਇੰਸ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਕਿਸੇ ਕਾਰਪੋਰੇਟ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ। ਅਸੀਂ ਤਾਂ ਬਿਲਡਿੰਗ ਸਾਡਾ ਤਾਂ ਕਿੱਤਾ ਹੀ ਇਹੀ ਆ, ਬਿਲਡਿੰਗ ਬਣਾਉਂਦੇ ਹਾਂ ਕਿਰਾਏ 'ਤੇ ਚਾੜ੍ਹਦੇ ਨੇ, ਸਾਡਾ ਕਿੱਤਾ ਇਹ ਆ। ਜਦੋਂ ਦੇ ਹੋਏ ਕਿਸ਼ਤਾਂ ਸਾਨੂੰ ਭਰਨੀ ਪੈਣੀ, ਬੈਂਕਾਂ ਦੀ ਕਿਸ਼ਤਾਂ ਅਸੀਂ ਭਰਨੀਆਂ ਨੇ, ਉਹ ਸਾਡੀਆਂ ਔਖੀਆਂ ਪਈਆਂ ਨੇ, ਕੁਰਕੀ ਸਾਡੀ ਕਈਆਂ ਦੀ ਹੋਣ ਵਾਲੀ ਆ ਤੇ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ। ਇਹ ਸਾਰਿਆਂ ਨੂੰ ਬੇਨਤੀ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਸਾਡਾ ਕੋਈ ਨਾ ਕੋਈ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਕਿੰਨੇ ਕਾ ਜੀ ਪੰਜਾਬ ਦੇ ਵਿੱਚ ਇਦਾਂ ਦੇ ਜੀ ਜੇ ਤਾਂ ਆਪਾਂ ਹੈ ਕਈ ਇਹੋ ਜਿਹੇ ਸਟੋਰ ਨੇ 100 ਤੋਂ ਉੱਤੇ ਜਿਨ੍ਹਾਂ ਦੀ ਓਪਨਿੰਗ ਵੀ ਨਹੀਂ ਹੋਈ ਹੈਗੀ, ਉਹ 6-7 ਮਹੀਨੇ ਤੋਂ ਬੰਦ ਪਏ ਨੇ। ਜਿਹੜੇ ਪਹਿਲਾਂ ਬੰਦ ਜੇ ਆਪਾਂ ਟੋਟਲ ਲਾਈਏ ਤੇ 200 ਤੋਂ ਉੱਤੇ ਸਟੋਰ ਹੋਏਗਾ ਜੀ ਸਾਰਾ। ਬਈ ਅੰਦਾਜ਼ਨ ਕਿੰਨਾ ਕੁ ਘਾਟਾ ਪੈ ਚੁੱਕਾ ਹੁਣ ਜੀ? ਅੰਦਾਜ਼ਾ ਲਾਉਣਾ ਤਾਂ ਮੁਸ਼ਕਿਲ ਆ, ਮੈਂ ਆਪਣਾ ਹੀ ਤੁਹਾਨੂੰ ਦੱਸ ਦਿੰਦਾ 20 ਤੋਂ 25 ਲੱਖ ਤਾਂ ਮੇਰਾ ਹੀ ਹੋ ਗਿਆ। ਹੁਣ ਬਾਕੀਆਂ ਦਾ ਸਾਰੇ ਦਾ ਲਾ ਲਓ ਕਿੰਨਾ ਹੋ ਸਕਦਾ ਹਰ ਏਰੀਆ ਦੇ ਹਿਸਾਬ ਨਾਲ, ਕੋਈ 5 ਏਰੀਆ ਦੇ ਹਿਸਾਬ ਨਾਲ ਕੋਈ 5000 ਕੋਈ ਇਹਨਾਂ ਦੇ ਜਿੱਦਾਂ ਕੋਈ ਕਹਿੰਦਾ 5000 ਸਕੁਅਰ ਫੁੱਟ ਆ, ਕਿਸੇ ਦਾ 8000 ਆ, ਕਿਸੇ ਦਾ 10000 ਸਕੁਅਰ ਫੁੱਟ ਦਾ ਹਿਸਾਬ ਨਾਲ। ਹੁਣ ਜਿਹੜਾ ਸਾਰਾ ਘਾਟਾ ਪੈ ਰਿਹਾ ਸਮੁੱਚੇ ਪੰਜਾਬ ਨੂੰ ਹੀ ਪੈ ਰਿਹਾ ਵਾ। ਜਿਹੜਾ ਰੈਵਨਿਊ ਆਉਣਾ ਕਿਤੇ ਆਉਣਾ ਸਾਰਾ ਪੰਜਾਬ 'ਚ ਹੀ ਜਾਣਾ ਵਾ। ਜਿਹੜੇ ਲੋਕੀ ਉੱਤੇ ਕੰਮ ਕਰਦੇ ਹਜ਼ਾਰਾਂ ਪਰਿਵਾਰ ਆ, ਉਹ ਪੰਜਾਬ ਦੇ ਵਾਸੀ ਨੇ ਸਾਰੇ, ਉਹ ਸਾਰਾ ਘਾਟਾ ਪੰਜਾਬ ਨੂੰ ਹੀ ਹੈ। ਰਿਲਾਇੰਸ ਨੂੰ ਬਿਲਡਿੰਗ ਕਿਰਾਏ ਤੇ ਦੇ ਕੇ ਜਿੱਥੇ ਪਹਿਲਾਂ ਇਹਨਾਂ ਲੋਕਾਂ ਨੂੰ ਲੱਖਾਂ ਦੀ ਇਨਕਮ ਹੁੰਦੀ ਸੀ ਤਾਂ ਉੱਥੇ ਹੀ ਕਿਸਾਨ ਅੰਦੋਲਨ ਦੇ ਚੱਲਦੇ ਹੁਣ ਪਿਛਲੇ ਕਰੀਬ 1 ਸਾਲ ਤੋਂ ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ। ਅਜਿਹੇ ਵਿੱਚ ਹੁਣ ਇਹਨਾਂ ਬਿਲਡਿੰਗ ਓਨਰਸ ਨੇ ਸੀਐਮ ਤੋਂ ਮਾਮਲੇ ਵਿੱਚ ਦਖਲਅੰਦਾਜ਼ੀ ਕਰ ਇਸ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਸੀਐਮ ਤੱਕ ਮਾਮਲਾ ਪਹੁੰਚਣ ਤੋਂ ਬਾਅਦ ਇਹਨਾਂ ਦੀ ਸਮੱਸਿਆ ਦਾ ਹੱਲ ਨਿਕਲਦਾ ਜਾਂ ਨਹੀਂ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਸੈਕਟਰ 42 ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਦੰਪਤੀ ਨੇ 40 ਸਾਲਾ ਮਹਿਲਾ ਦੇ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਮਹਿਲਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਤੇ ਉਸ ਨੇ ਜਦ ਚੀਕਾਂ ਮਾਰੀਆਂ ਤਾਂ ਗੁਆਂਢੀ ਇਕੱਠੇ ਹੋਏ। ਇਹ ਪੂਰਾ ਮਾਮਲਾ ਕੀ ਹੈ, ਕਿੱਥੋਂ ਰੌਲਾ ਸ਼ੁਰੂ ਹੋਇਆ, ਦੇਖਦੇ ਹਾਂ ਰਿਪੋਰਟ ਵਿੱਚ। ਚੰਡੀਗੜ੍ਹ ਦੇ ਸੈਕਟਰ 36 ਥਾਣਾ ਖੇਤਰ 'ਚ ਲੱਗਣ ਵਾਲੇ ਸੈਕਟਰ 42 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਕਾਨ ਨੰਬਰ 1511 'ਚ ਇੱਕ ਮਹਿਲਾ ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾ ਕਰਨ ਦੇ ਬਾਅਦ ਆਰੋਪੀ ਜੋੜਾ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਮਹਿਲਾ ਨੂੰ ਸੈਕਟਰ 16 ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਹੁਣ ਜ਼ਰਾ ਹੋਰ ਨਾਲ ਸਮਝੋ ਕਿ ਆਖਿਰ ਪੂਰਾ ਮਾਮਲਾ ਕੀ ਸੀ। ਦਰਅਸਲ 40 ਸਾਲ ਦੀ ਰੀਤਾ ਸੈਕਟਰ 42 'ਚ ਆਪਣੇ ਪਤੀ ਅਤੇ ਇੱਕ ਬੱਚੇ ਦੇ ਨਾਲ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਹੀ ਉੱਥੇ ਇੱਕ ਨਵਾਂ ਵਿਆਹਿਆ ਜੋੜਾ ਕਿਰਾਏ ਤੇ ਰਹਿਣ ਲਈ ਆਇਆ, ਪਰ ਬੁੱਧਵਾਰ ਨੂੰ ਆਰੋਪੀ ਜੋੜੇ ਵੱਲੋਂ ਬੰਦੂਕ ਦੀ ਪੱਟ ਨਾਲ ਮਹਿਲਾ ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਉੱਥੇ ਹੀ ਮਹਿਲਾ ਨੇ ਜਦੋਂ ਸ਼ੋਰ ਮਚਾਇਆ ਤਾਂ ਆਸ-ਪਾਸ ਦੇ ਲੋਕ ਉੱਥੇ ਇਕੱਠਾ ਹੋ ਗਏ, ਪਰ ਉਦੋਂ ਤੱਕ ਆਰੋਪੀ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਦੇ ਬਾਅਦ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀ ਮਹਿਲਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਜਾਂਚ शुरू की। हमें थ्रू कंट्रोल रूम मैसेज मिला था कि 1511 नंबर सेक्टर 42 में कोई गोली चली है। इस सूचना पे हम जब स्पॉट पे पता चला कि 1511 नंबर पे ये तीनों मंजिलें जो है किराए पे हैं। तो टॉप फ्लोर पे भी हस्बैंड वाइफ रहते हैं, तो नीचे भी हस्बैंड वाइफ उनके बच्चे रहते हैं। तो जो ऊपर आया 2 महीने से किराए पे हैं, हस्बैंड वाइफ डिजाइनिंग का काम करता है ऊपर वाला। तो नीचे वाले से पैसे मांगने के लिए उधार, तो नीचे वाले ने किसी वजह से मना कर दिया। तो उसने कोई अभी चेक करेंगे, शायद ये कोई डमी पिस्टल ही लगती है देखने से, और अभी इसके बारे में हम कुछ क्लियर नहीं कह सकते। तो इसके द्वारा उस लेडीज़ के ऊपर वाले किराएदार ने बट उसके सिर और बाजुओं पे मारे हैं, जिसको पीछे से गाड़ी इलाज के लिए सोलह में ले गई है। जब तक पुलिस मौके पे आई तो ऊपर जो किराएदार मियाँ बीबी रहते हैं वो ये कार्रवाई करने के बाद वहाँ से फरार हो गए, जिनको पुलिस पार्टियाँ बस स्टैंड रेलवे पे उनको ढूंढने की टीमें लगा रखी हैं। तो लेडीज़ की जो हॉस्पिटल में एडमिट है उसकी स्टेटमेंट में लेके जो भी कार्रवाई होगी तो उसका। सर महिला की पहचान किस नाम से है, क्या है, कितनी उम्र है? अभी इन्वेस्टिगेशन कर रहे हैं हम। नहीं, जो इंजर्ड महिला है। हाँ, ये मकान मालिक को मिलेंगे, उसके बाद सारा रिकॉर्ड होगा, उसके बाद वहाँ से ये इतना पता लगा कि जो लड़का ये मुजफ्फरनगर का रहने वाला है, अभी रिसेंटली 2-3 महीने पहले से लव मैरिज करी है इसने। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਉੱਥੇ ਹੀ ਥਾਣਾ ਇੰਚਾਰਜ ਅਤੇ ਏਐਸਪੀ ਸ਼ਰੂਤੀ ਅਰੋੜਾ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕਈ ਖੁਫੀਆ ਏਜੰਸੀਆਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਨੂੰ ਜਾਂਚ ਦੌਰਾਨ ਮੌਕੇ ਤੋਂ ਡੰਮੀ ਪਿਸਤੌਲ ਵੀ ਬਰਾਮਦ ਹੋਈ ਹੈ। ਫਿਲਹਾਲ ਹੁਣ ਪੁਲਿਸ ਆਰੋਪੀ ਜੋੜੇ ਦੀ ਭਾਲ 'ਚ ਜੁਟ ਗਈ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੌਜਵਾਨ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ, ਜਿਸ ਨੇ ਹਾਲ ਹੀ 'ਚ ਲਵ ਮੈਰਿਜ ਕੀਤੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਹੁਣ ਪੁਲਿਸ ਸਾਰੇ ਤੱਥਾਂ ਨੂੰ ਖੰਗਾਲ ਰਹੀ ਹੈ। ਜ਼ਖਮੀ ਮਹਿਲਾ ਤੋਂ ਪੁੱਛਗਿੱਛ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਮੋਹਾਲੀ ਦੇ ਪਿੰਡ ਕੰਬਾਲਾ ਦੇ ਵਿੱਚ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ। ਬੱਚੀ ਦਾ ਸਰੀਰ ਨੀਲਾ ਪੈ ਗਿਆ। ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਿਆ ਕਿ ਆਖਿਰ ਇਹ ਹੋਇਆ ਕੀ ਹੈ। ਜਦ ਉਹਨਾਂ ਨੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾਜ਼ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਸੱਪ ਨੇ ਕੱਟ ਲਿਆ। ਦਰਅਸਲ ਬੱਚੀ ਮੋਟਰ ਦਾ ਸਵਿਚ ਔਨ ਕਰਨ ਦੇ ਲਈ ਗਈ ਸੀ। ਬੱਚੀ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ ਤੇ ਉਹ ਤੀਸਰੀ ਕਲਾਸ ਵਿੱਚ ਪੜ੍ਹਦੀ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਬੱਚੀ ਦਾ ਅਗਲੇ ਹੀ ਮਹੀਨੇ ਜਨਮ ਦਿਨ ਸੀ। ਬੱਚੀ ਦੇ ਦਾਦਾ ਨੇ ਕਿਹਾ ਕਿ ਅੱਧੇ ਘੰਟੇ ਵਿੱਚ ਹੀ ਬੱਚੀ ਦੀ ਮੌਤ ਹੋ ਗਈ। ਪਰਿਵਾਰ ਵਾਲੇ ਵੀ ਨਹੀਂ ਸਮਝ ਪਾਏ ਕਿ ਆਖਿਰ ਲੜਕੀ ਨੀਲੀ ਕਿਵੇਂ ਪੈ ਗਈ। ਜਦ ਸੀਸੀਟੀਵੀ ਫੁਟੇਜ ਦੇਖੇ ਤਾਂ ਫਿਰ ਹਕੀਕਤ ਸਾਹਮਣੇ ਆਈ। ਹੁਣ ਗੱਲ ਕਰਦੇ ਹਾਂ ਕੋਰੋਨਾ ਅਪਡੇਟਸ ਦੀ। ਤੁਹਾਨੂੰ ਦੱਸਦੇ ਹਾਂ ਕਿ ਕੋਰੋਨਾ ਦੇ ਮਾਮਲੇ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਕਿੰਨੇ ਦਰਜ ਕੀਤੇ ਗਏ। ਤੁਹਾਨੂੰ ਦੱਸ ਦਈਏ ਕਿ ਕੁੱਲ ਦੋਹਾਂ ਸ਼ਹਿਰਾਂ ਦੇ ਵਿੱਚ ਨਵੇਂ ਮਾਮਲੇ 22 ਆਏ ਨੇ, ਜਿਨ੍ਹਾਂ ਦੇ ਵਿੱਚੋਂ 9 ਚੰਡੀਗੜ੍ਹ ਦੇ ਵਿੱਚੋਂ ਤੇ 13 ਮਾਮਲੇ ਮੋਹਾਲੀ ਦੇ ਵਿੱਚੋਂ ਸਾਹਮਣੇ ਆਏ। ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਤ ਮੋਹਾਲੀ ਦੇ ਵਿੱਚੋਂ ਦਰਜ ਕੀਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਮਰੀਜ਼ ਨੇ ਉਹ ਠੀਕ ਹੋ ਰਹੇ ਨੇ। ਹੁਣ ਤੱਕ ਕੁੱਲ ਦੋਹਾਂ ਸ਼ਹਿਰਾਂ ਦੇ ਵਿੱਚ 1857 ਮੌਤਾਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਮੋਹਾਲੀ ਦੇ ਵਿੱਚੋਂ 1049 ਤੇ ਚੰਡੀਗੜ੍ਹ ਦੇ ਵਿੱਚ 808 ਮੌਤਾਂ ਹੋਈਆਂ। रुक करते मौसम का तो दस दिए कि अत की गर्मी ने सब नूं परेशान कर रखा है। अज बहुत ज़्यादा गर्मी पई ते पसीने लोगों के छुटते हुए नजर आए। गर्मी का आलम यह है कि वध तो वध तापमान 40.6 डिग्री सैल्सियस दर्ज किया गया तो घट्टो घट्ट तापमान 28.8 डिग्री सैल्सियस दर्ज किया गया। उधर नमी 36% रही। खबरें इस बुलेटिन के बस से नहीं, फिर होगी मुलाकात। सत श्री अकाल।